सत श्री अकाल। PNCN ਦੇ ਉੱਤੇ ਤੁਹਾਡਾ ਸਵਾਗਤ ਹੈ। ਇਸ ਸਮੇਂ ਤੁਹਾਡੇ ਨਾਲ ਅਸੀਂ ਅਹਿਮ ਜਾਣਕਾਰੀ ਸਾਂਝੀ ਕਰਾਂਗੇ। ਜਦੋਂ ਤੋਂ ਦੁਬਾਰਾ ਤੋਂ ਕੈਨੇਡਾ ਤੋਂ ਭਾਰਤ ਦੇ ਵਾਸਤੇ ਸਿੱਧੀਆਂ ਫਲਾਈਟਾਂ ਸ਼ੁਰੂ ਹੋਈਆਂ ਨੇ, ਉਦੋਂ ਤੋਂ ਕਈ ਅਜਿਹੇ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਕਿ ਕੈਨੇਡਾ ਤੋਂ ਭਾਰਤ ਜਾਣ ਵਾਲਿਆਂ ਨੂੰ 에ਅਰਪੋਰਟ ਤੋਂ ਮੋੜਿਆ ਗਿਆ। ਦਰਅਸਲ ਉਸ ਦੇ ਵਿੱਚ ਕੀ ਦਿੱਕਤਾਂ ਆਈਆਂ ਨੇ, ਆਖਿਰ ਕਿਉਂ ਉਹਨਾਂ ਨੂੰ ਵਾਪਸ ਆਉਣਾ ਪਿਆ, ਕਿ ਉਹਨਾਂ ਨੂੰ ਫਲਾਈਟ ਨਹੀਂ ਚੜ੍ਹਨ ਦਿੱਤਾ ਗਿਆ, ਇਸ ਦੇ ਬਾਰੇ ਦੱਸਾਂਗੇ ਤੇ ਨਾਲ ਹੀ ਮੁੱਖ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ, ਕਿਹੜੇ ਕਾਗਜ਼ ਪੂਰੇ ਕਰਨੇ ਨੇ ਜਦੋਂ ਤੁਸੀਂ ਭਾਰਤ ਦੇ ਵਾਸਤੇ ਕੈਨੇਡਾ ਤੋਂ ਟਰੈਵਲ ਕਰਨਾ ਹੈ, ਤਾਂ ਕਿ ਤੁਹਾਨੂੰ 에ਅਰਪੋਰਟ ਦੇ ਉੱਤੇ ਜਾ ਕੇ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਭ ਤੋਂ ਪਹਿਲਾ ਕਦਮ ਹੈ ਕਿ ਤੁਸੀਂ ਪਹਿਲਾਂ ਭਾਰਤ ਦੇ ਵਾਸਤੇ ਟਿਕਟ ਬੁੱਕ ਕਰਵਾਉਣੀ ਹੈ। ਜਦੋਂ ਟਿਕਟ ਇੱਕ ਵਾਰ ਬੁੱਕ ਕਰਵਾ ਲਈ ਤਾਂ ਉਸ ਤੋਂ ਬਾਅਦ ਹੀ ਅੱਗੇ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਤੁਸੀਂ RT-PCR ਕੋਵਿਡ-19 ਦਾ ਟੈਸਟ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਮੌਜੂਦ ਹੋ ਤਾਂ ਤੁਸੀਂ ਉਹ ਬੁੱਕ ਕਰਨਾ ਹੈ। ਜਦੋਂ ਤੁਸੀਂ RT-PCR ਟੈਸਟ ਬੁੱਕ ਕਰਨਾ ਹੈ, ਜਦੋਂ ਤੁਸੀਂ ਇੱਕ ਵਾਰ ਆਪਣਾ ਟ੍ਰਿਪ ਪਲਾਨ ਕਰ ਲਿਆ, ਉਸ ਤੋਂ ਬਾਅਦ ਤੁਸੀਂ ਲਾਈਫ ਲੈਬਸ ਦੇ ਉੱਤੇ ਜਾ ਸਕਦੇ ਹੋ, ਜਿੱਥੇ ਜਾ ਕੇ ਤੁਸੀਂ ਪਹਿਲਾਂ ਤਾਂ ਇੱਕ ਫਾਰਮ ਭਰਨਾ ਹੈ, ਜਿਸ ਦੇ ਵਿੱਚ ਉੱਪਰ ਹੀ ਆ ਜਾਂਦਾ ਹੈ ਕਿ RT-PCR ਟੈਸਟ ਟਰੈਵਲ ਲਈ ਜੇਕਰ ਤੁਸੀਂ ਕਰਵਾਉਣਾ ਹੈ ਤਾਂ ਉਸ ਦਾ ਲਿੰਕ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਵੀ ਕਰ ਰਹੇ ਹਾਂ, ਜਿੱਥੇ ਜਾ ਕੇ ਤੁਸੀਂ ਉਹ ਫਾਰਮ ਭਰਨਾ ਹੈ। ਤਾਂ ਉਸ ਦੇ ਵਿੱਚ ਉਹ ਫੀਸ ਵੀ ਲੈ ਲੈਂਦੇ ਨੇ, ਜੋ ਕਿ ਹਰ ਖੇਤਰ ਦੇ ਉੱਤੇ ਨਿਰਭਰ ਕਰਦੀ ਹੈ ਕਿ ਉਹ ਫੀਸ ਕਿੰਨੀ ਹੋਵੇਗੀ, ਜੋ ਕਿ $150 ਤੋਂ ਲੈ ਕੇ $200 ਦੇ ਦਰਮਿਆਨ ਹੀ ਹੁੰਦੀ ਹੈ। ਤੇ ਉਹ ਫੀਸ ਭਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਰਜਿਸਟ੍ਰੇਸ਼ਨ ਨੰਬਰ ਆ ਜਾਂਦਾ ਹੈ, ਜਿਸ ਤੋਂ ਬਾਅਦ ਤੁਹਾਡੇ ਨਾਲ ਜਿਹੜਾ ਵੀ ਤੁਹਾਡੇ ਨੇੜੇ ਦੀ ਲੋਕੇਸ਼ਨ ਹੈ, ਜਦੋਂ ਤੁਸੀਂ ਫਾਰਮ ਭਰ ਕੇ ਹਟੋਗੇ ਤਾਂ ਉਸ ਦੇ ਵਿੱਚ ਅੰਤ ਵਿੱਚ ਆ ਜਾਵੇਗਾ ਕਿ ਕਿਹੜੀ ਨੇੜੇ ਦੀ ਲੋਕੇਸ਼ਨ ਹੈ। ਸ਼ੌਪਰ ਡਰੱਗ ਮਾਰਟ ਨੇ ਜੋ, ਉੱਥੇ ਵੀ RT-PCR ਟੈਸਟ ਹੈ ਜੋ ਹੁੰਦਾ ਹੈ। ਇਸ ਤੋਂ ਬਾਅਦ ਜੇਕਰ ਤੁਹਾਡੇ ਕੋਲ ਉਹ ਲੋਕੇਸ਼ਨ ਜਦੋਂ ਆ ਜਾਂਦੀ ਹੈ ਤਾਂ ਉੱਥੇ ਤੋਂ ਜਾਂ ਤਾਂ ਤੁਹਾਨੂੰ ਖੁਦ ਜਿਹੜੀ ਤੁਸੀਂ ਈਮੇਲ ਜਾਂ ਫੋਨ ਨੰਬਰ ਦਿੱਤਾ ਹੋਵੇਗਾ ਉਹ ਫੋਨ ਕਰਕੇ ਸੰਪਰਕ ਕਰਨਗੇ, ਜਾਂ ਫਿਰ ਜਿਵੇਂ ਹੀ ਉਹ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਜਾਂਦੀ ਹੈ ਤੁਸੀਂ ਆਪ ਵੀ ਉਹਨਾਂ ਨੂੰ ਫੋਨ ਕਰ ਸਕਦੇ ਹੋ, ਜਿਸ ਤੋਂ ਬਾਅਦ ਤੁਸੀਂ ਟੈਸਟ ਦੀ ਅਪਾਇੰਟਮੈਂਟ ਬਣਾ ਲੈਂਦੇ ਹੋ। ਉਸ ਅਪਾਇੰਟਮੈਂਟ ਨੂੰ ਕੁਝ ਇਸ ਤਰ੍ਹਾਂ ਹੀ ਬਣਾਇਆ ਜਾਂਦਾ ਹੈ ਕਿ ਤੁਹਾਡੀ ਟਰੈਵਲ ਕੀਤੇ ਜਾਣ ਤੋਂ ਪਹਿਲਾਂ ਰਿਪੋਰਟ ਤੁਹਾਡੇ ਕੋਲ ਪਹੁੰਚ ਜਾਵੇ, ਜਿਸ ਤੋਂ ਬਾਅਦ ਹੁਣ ਜਦੋਂ ਤੁਸੀਂ ਟਰੈਵਲ ਕਰਨਾ ਹੈ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਜਿਹੜੀਆਂ ਗੱਲਾਂ ਅਹਿਮ ਤੌਰ ਦੇ ਉੱਤੇ ਧਿਆਨ ਵਿੱਚ ਰੱਖਣ ਯੋਗ ਨੇ ਉਹ ਤੁਹਾਨੂੰ ਦੱਸ ਦਿੰਦੇ ਹਾਂ। RT-PCR ਟੈਸਟ ਦੀ ਰਿਪੋਰਟ ਤੁਹਾਡੇ ਕੋਲ ਆ ਜਾਂਦੀ ਹੈ, ਤੁਸੀਂ ਉਸ ਦਾ ਪ੍ਰਿੰਟ ਆਊਟ ਕਢਵਾ ਲਵੋ। ਜੇਕਰ ਤੁਸੀਂ ਕੋਵਿਡ-19 ਦੇ ਟੀਕੇ ਵੀ ਲਗਵਾਏ ਹੋਏ ਨੇ ਉਸ ਦਾ ਵੀ ਪ੍ਰਿੰਟ ਆਊਟ ਆਪਣੇ ਕੋਲ ਕਢਵਾ ਲਵੋ, ਜੋ ਬਾਰਕੋਡ ਹੈ ਉਹ ਪ੍ਰਿੰਟ ਹੀ ਕਰ ਲਵੋ। ਤੇ ਉਸ ਤੋਂ ਬਾਅਦ ਮੁੱਖ ਤੌਰ ਦੇ ਉੱਤੇ ਜਿਸ ਕਰਕੇ ਕਈ ਯਾਤਰੀਆਂ ਨੂੰ ਕੈਨੇਡਾ ਦੇ 에ਅਰਪੋਰਟ ਤੋਂ ਵਾਪਸ ਮੋੜਿਆ ਗਿਆ ਕਿ ਉਹਨਾਂ ਨੂੰ ਫਲਾਈਟ ਚੜ੍ਹਨ ਨਹੀਂ ਦਿੱਤਾ ਗਿਆ ਕਿਉਂਕਿ ਉਹ ਲੇਟ ਹੋ ਗਏ, ਉਸ ਦੇ ਪਿੱਛੇ ਕਾਰਨ ਇਹ ਹੈ ਕਿ 에ਅਰ ਸੁਵਿਧਾ ਦਾ ਇੱਕ ਫਾਰਮ ਹੈ ਉਹ ਭਰਨਾ ਹੈ। ਉਸ ਦੇ ਵਿੱਚ ਸੈਲਫ ਡੈਕਲੇਰੇਸ਼ਨ ਦੇਣੀ ਹੈ, ਜੋ ਕਿ ਦਿੱਲੀ ਦਾ 에ਅਰਪੋਰਟ ਹੈ, ਜੋ ਉਹਨਾਂ ਦੀ ਵੈਬਸਾਈਟ ਦੇ ਉੱਤੇ ਤੁਸੀਂ ਜਾਵੋਗੇ ਤਾਂ ਉੱਥੇ ਉਹ ਫਾਰਮ ਮੌਜੂਦ ਹੈ। ਉਸ ਫਾਰਮ ਦਾ ਲਿੰਕ ਵੀ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਦੇਵਾਂਗੇ, ਜਿੱਥੇ ਤੁਸੀਂ ਕਲਿੱਕ ਕਰਕੇ ਉਸ ਫਾਰਮ ਨੂੰ ਭਰਨ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਗੂਗਲ ਦੇ ਉੱਤੇ ਸੈਲਫ ਡੈਕਲੇਰੇਸ਼ਨ ਫਾਰਮ ਇੰਡੀਆ ਲਿਖੋਗੇ ਤਾਂ ਸਿੱਧਾ ਉੱਪਰ ਹੀ ਉਹ ਆ ਜਾਂਦਾ ਹੈ, ਤੁਸੀਂ ਕਲਿੱਕ ਕਰਕੇ ਉਹ ਫਾਰਮ ਭਰ ਸਕਦੇ ਹੋ। ਤੇ ਉਸ ਫਾਰਮ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀ ਹੋਰ ਜਾਣਕਾਰੀ ਲਈ ਜਾਂਦੀ ਹੈ ਕਿ ਪਾਸਪੋਰਟ ਦੇ ਬਾਰੇ ਤੇ ਹੋਰ ਤੁਹਾਡੇ ਟੀਕੇ ਲੱਗੇ ਹੋਣ ਦਾ, ਜਾਂ ਫਿਰ RT-PCR ਕੋਵਿਡ-19 ਦਾ ਟੈਸਟ ਹੈ ਉਸ ਦੀ ਰਿਪੋਰਟ ਵੀ ਤੁਸੀਂ ਉੱਥੇ ਭਰਨੀ ਹੈ, ਤੇ ਜੋ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਅਪਲੋਡ ਕੀਤੀ ਜਾਵੇ। ਤਾਂ ਇੱਕ ਚੀਜ਼ ਹੋਰ ਹੈ ਕਿ ਤੁਹਾਨੂੰ ਸੀਟ ਨੰਬਰ, ਕਿ ਤੁਸੀਂ ਜਿਹੜਾ ਜਦੋਂ ਸਫ਼ਰ ਕਰਨਾ ਹੈ ਹਵਾਈ ਸਫ਼ਰ, ਤਾਂ ਤੁਹਾਡਾ ਸੀਟ ਨੰਬਰ ਕੀ ਹੈ ਉਹ ਵੀ ਉੱਥੇ ਜ਼ਰੂਰੀ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਤੁਹਾਨੂੰ ਭਰਨਾ ਪਵੇਗਾ। ਉਸ ਦੇ ਵਾਸਤੇ ਜਾਂ ਤਾਂ ਤੁਸੀਂ ਪਹਿਲਾਂ ਹੀ ਜਦੋਂ ਫਲਾਈਟ ਬੁੱਕ ਕਰਵਾਈ ਹੈ, ਆਪਣੀ ਟਿਕਟ ਲਈ ਹੈ, ਉਸ ਸਮੇਂ ਸੀਟ ਨੰਬਰ ਵੀ ਬੁੱਕ ਕਰਵਾ ਦੇਵੋ, ਜਾਂ ਫਿਰ ਤੁਸੀਂ ਉਸ ਸਮੇਂ ਜਿਹੜੀ ਵੀ ਫਲਾਈਟ ਦੇ ਵਿੱਚ ਜਾਣਾ ਹੈ ਉਸ ਕੰਪਨੀ ਨੂੰ ਫੋਨ ਕਰਕੇ, ਜਿਵੇਂ ਤੁਸੀਂ 에ਅਰ ਇੰਡੀਆ ਦੀ ਫਲਾਈਟ ਲਈ ਹੈ ਤਾਂ 에ਅਰ ਇੰਡੀਆ ਕਸਟਮਰ ਸਰਵਿਸ ਨੂੰ ਫੋਨ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ, ਕਿਉਂਕਿ ਉੱਥੇ ਉਹ ਮੁਫਤ ਵਿੱਚ ਵੀ ਹੋ ਜਾਂਦੀ ਹੈ। ਤੁਸੀਂ ਉਹਨਾਂ ਨੂੰ ਇਹ ਕਹਿ ਸਕਦੇ ਹੋ ਕਿ ਤੁਸੀਂ ਫਾਰਮ ਦੇ ਵਿੱਚ ਸੀਟ ਨੰਬਰ ਦੇਣਾ ਹੈ, ਤੇ ਜਿਹੜੀ ਵੀ ਫ੍ਰੀ ਸੀਟ ਹੋਵੇ ਉਹ ਤੁਹਾਨੂੰ ਉਹ ਦੱਸ ਦੇਣ ਤਾਂ ਉਹ ਦੱਸ ਦਿੰਦੇ ਨੇ, ਜਿਸ ਦੇ ਲਈ ਤੁਹਾਨੂੰ ਪੈਸੇ ਵੀ ਦੇਣ ਦੀ ਲੋੜ ਨਹੀਂ ਪੈਂਦੀ। ਨਹੀਂ ਤਾਂ ਜੇਕਰ ਤੁਸੀਂ ਆਨਲਾਈਨ ਸੀਟ ਬੁੱਕ ਕਰਵਾਉਂਦੇ ਹੋ ਤਾਂ ਉਸ ਦੇ ਲਈ ਤੁਹਾਨੂੰ ਪੈਸੇ ਦੇਣੇ ਪੈਂਦੇ ਨੇ। ਤਾਂ ਫਿਰ ਉਸ ਤੋਂ ਬਾਅਦ ਅਗਲਾ ਕਦਮ ਹੈ ਕਿ ਜਦੋਂ ਇਹ ਸੈਲਫ ਡੈਕਲੇਰੇਸ਼ਨ ਫਾਰਮ ਭਰਨਾ ਹੈ ਤਾਂ ਉਸ ਦੇ ਵਿੱਚ ਜਿਹੜੀ ਪਾਸਪੋਰਟ ਦੀ ਤੇ RT-PCR ਟੈਸਟ ਦੀ ਫੋਟੋ ਤੁਸੀਂ ਖਿੱਚ ਕੇ ਪਾਉਂਦੇ ਹੋ ਤੇ ਉਹ ਉਹਨਾਂ ਦੇ ਵੱਲੋਂ ਜਿਹੜੀ ਅਪਲੋਡ ਕਰਵਾਈ ਜਾਂਦੀ ਹੈ ਉਸ ਦੀ ਜਿਹੜਾ ਕਈ ਵਾਰ ਸਾਈਜ਼ ਵੱਡਾ ਹੋਣ ਦੇ ਕਰਕੇ ਉੱਥੇ ਐਰਰ ਆਈ ਜਾਂਦਾ ਹੈ, ਤਾਂ ਉਸ ਦੇ ਵਿੱਚ ਕਈਆਂ ਨੂੰ ਸਮਝ ਨਹੀਂ ਆਉਂਦਾ ਕਿ ਦਿੱਕਤ ਕੀ ਆ ਰਹੀ ਹੈ, ਕਿ ਉਹ ਇਨਫੋਰਮੇਸ਼ਨ ਤਾਂ ਸਾਰੀ ਸਹੀ ਭਰ ਰਹੇ ਨੇ ਪਰ ਫਿਰ ਵੀ ਉਹ ਐਰਰ ਕਿਉਂ ਦਿਖਾ ਰਿਹਾ ਹੈ। ਉਸ ਦੇ ਪਿੱਛੇ ਕਾਰਨ ਇਹ ਹੁੰਦਾ ਕਿ ਜਿਹੜੀਆਂ ਦੋ ਫੋਟੋਜ਼, ਜਿਹੜੀ ਕਿ ਇੱਕ ਪਾਸਪੋਰਟ ਦੀ ਤੇ ਇੱਕ RT-PCR ਟੈਸਟ ਦੀ ਤੁਸੀਂ ਅਪਲੋਡ ਕੀਤੀ ਹੈ, ਉਹ 1 MB ਤੋਂ ਜ਼ਿਆਦਾ ਵੱਡੀ ਹੁੰਦੀ ਹੈ। ਤਾਂ 1 MB ਤੋਂ ਵੱਡੀ ਨਾ ਹੋਵੇ ਇਹ ਵੀ ਧਿਆਨ ਰੱਖੋ, ਤੇ ਉਹ ਸਾਈਜ਼ ਛੋਟਾ ਹੋਵੇ ਤਾਂ ਉਹ ਅਪਲੋਡ ਹੋ ਜਾਂਦੀ ਹੈ। ਉਸ ਤੋਂ ਬਾਅਦ ਤੁਸੀਂ ਉਸ ਜਾਣਕਾਰੀ ਨੂੰ ਭਰੇ ਜਾਣ ਤੋਂ ਬਾਅਦ ਤੁਹਾਨੂੰ ਜਿਹੜੀ ਤੁਸੀਂ ਈਮੇਲ ਦੇਵੋਗੇ ਉਸ ਦੇ ਉੱਤੇ ਇੱਕ ਰਜਿਸਟ੍ਰੇਸ਼ਨ ਨੰਬਰ ਆਉਂਦਾ ਹੈ।
ਹੁਣ ਜਿਹੜਾ ਤੁਹਾਡੀ ਈਮੇਲ ਆਉਂਦੀ ਹੈ, ਰਜਿਸਟ੍ਰੇਸ਼ਨ ਨੰਬਰ ਆਉਂਦਾ ਹੈ, ਉਸ ਦੇ ਵਿੱਚ ਕੁਝ ਸਮਾਂ ਲੱਗਦਾ ਹੈ। ਇਹੋ ਕਾਰਨ ਹੋਇਆ ਹੈ ਕਿ 에ਅਰਪੋਰਟ ਦੇ ਉੱਤੇ ਜਦੋਂ ਯਾਤਰੀ ਪਹੁੰਚੇ ਤਾਂ ਉਹਨਾਂ ਨੇ ਸੋਚਿਆ ਕਿ ਉੱਥੇ ਫਾਰਮ ਭਰ ਦੇਣਗੇ, ਉੱਥੇ ਸਮਾਂ ਘੱਟ ਸੀ ਉਹਨਾਂ ਦੇ ਕੋਲ, ਤੇ ਉਹਨਾਂ ਨੇ ਜਦੋਂ ਫਾਰਮ ਭਰਿਆ ਤਾਂ ਰਜਿਸਟ੍ਰੇਸ਼ਨ ਨੰਬਰ ਆਉਣ ਦੇ ਵਿੱਚ ਉਹਨਾਂ ਦੀ ਈਮੇਲ 'ਚ ਦੇਰੀ ਹੋ ਗਈ। ਤਾਂ ਉਸ ਸਮੇਂ ਜੋ 에ਅਰਲਾਈਨ ਸਿਵਲ ਨੂੰ ਬੋਰਡਿੰਗ ਬੰਦ ਕਰ ਦਿੱਤੀ ਗਈ ਤੇ ਉਹਨਾਂ ਨੇ ਕਿਹਾ ਕਿ ਉਹ ਅੱਗੇ ਹੋਰ ਯਾਤਰੀ ਨਹੀਂ ਲੈਣਗੇ, ਜਿਸ ਕਰਕੇ ਉਹਨਾਂ ਨੂੰ ਫਲਾਈਟ ਨਹੀਂ ਚੜ੍ਹਨ ਦਿੱਤਾ ਗਿਆ, ਸਗੋਂ ਵਾਪਸ ਹੀ ਭੇਜ ਦਿੱਤਾ ਗਿਆ। ਤੇ 에ਅਰ ਇੰਡੀਆ ਦੀ ਫਲਾਈਟ ਦੇ ਵਿੱਚ ਜਾਣ ਵਾਲਿਆਂ ਨਾਲ ਜ਼ਿਆਦਾ ਅਜਿਹਾ ਹੋਇਆ ਤੇ ਅਜਿਹੇ ਯਾਤਰੀਆਂ ਦੇ ਵੱਲੋਂ ਕਈਆਂ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਹੈ, ਜਿਸ ਦੇ ਲਈ ਇਹ ਜਿਹੜਾ ਸੈਲਫ ਡੈਕਲੇਰੇਸ਼ਨ ਫਾਰਮ ਹੈ ਇਸ ਨੂੰ ਬਿਲਕੁਲ ਅਣਗੌਲਿਆ ਨਾ ਕੀਤਾ ਜਾਵੇ, ਤਾਂ ਕਿ ਤੁਸੀਂ ਜਦੋਂ 에ਅਰਪੋਰਟ ਦੇ ਉੱਤੇ ਪਹੁੰਚ ਜਾਂਦੇ ਹੋ ਤਾਂ ਫਲਾਈਟ ਲੈਣ ਵਿੱਚ ਬਿਨਾਂ ਕਿਸੇ ਦਿੱਕਤ ਤੋਂ ਤੁਸੀਂ ਅੱਗੇ ਟਰੈਵਲ ਕਰ ਸਕੋ। ਤਾਂ ਉਸ ਦੇ ਵਾਸਤੇ ਜਿਹੜਾ ਉਹ ਰਜਿਸਟ੍ਰੇਸ਼ਨ ਨੰਬਰ ਆਉਂਦਾ ਹੈ ਉਸ ਦਾ ਪ੍ਰਿੰਟ ਆਊਟ ਲੈ ਲਵੋ, ਤੇ ਜਦੋਂ ਤੁਸੀਂ ਬੋਰਡਿੰਗ ਆਪਣੀ ਕਰਵਾਉਣੀ ਹੈ, ਜਦੋਂ ਤੁਹਾਨੂੰ ਬੋਰਡਿੰਗ ਪਾਸ ਮਿਲਦਾ ਹੈ ਤਾਂ ਉੱਥੇ ਤੁਹਾਡਾ ਕੋਵਿਡ-19 ਦਾ RT-PCR ਟੈਸਟ ਦੀ ਰਿਪੋਰਟ ਦੇਖਦੇ ਨੇ ਉਹ, ਤੇ ਨਾਲ ਹੀ ਜਿਹੜਾ ਇਹ ਸੈਲਫ ਡੈਕਲੇਰੇਸ਼ਨ ਫਾਰਮ ਹੈ ਜੋ ਤੁਹਾਨੂੰ ਈਮੇਲ ਦੇ ਵਿੱਚ ਆਇਆ ਹੁੰਦਾ ਹੈ ਉਸ ਦੀ ਜਿਹੜੀ ਫੋਟੋਕਾਪੀ ਤੁਸੀਂ ਕਰਵਾਉਣੀ ਹੈ ਜਾਂ ਤੁਸੀਂ ਪ੍ਰਿੰਟ ਕਢਵਾਉਣਾ ਹੈ ਉਹ ਦੇਖਦੇ ਨੇ, ਜਿਸ ਤੋਂ ਬਾਅਦ ਛੇਤੀ ਨਾਲ ਤੁਸੀਂ ਆਪਣੇ ਬੈਗ ਜਮ੍ਹਾਂ ਕਰਵਾ ਕੇ ਅੱਗੇ ਜਾ ਸਕਦੇ ਹੋ ਕਿ ਸਿਕਿਉਰਿਟੀ ਅੱਗੇ ਜੋ ਵੀ ਪ੍ਰਕਿਰਿਆ ਹੁੰਦੀ ਹੈ ਜਹਾਜ਼ ਵਿੱਚ ਜਾਣ ਤੱਕ ਦੀ, ਉਸ ਦੇ ਲਈ ਅੱਗੇ ਵੱਧ ਸਕਦੇ ਹੋ। ਨਹੀਂ ਤਾਂ ਕਈ ਯਾਤਰੀਆਂ ਨੂੰ ਉੱਥੇ ਤੋਂ ਹੀ ਅੱਗੇ ਨਹੀਂ ਵਧਣ ਦਿੱਤਾ ਗਿਆ, ਜਿਨ੍ਹਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਦੇ ਵਿੱਚ ਹੁਣ ਤੁਹਾਨੂੰ ਅਸੀਂ ਸਕਰੀਨ ਦੇ ਉੱਤੇ ਸੂਚੀ ਦਿਖਾਵਾਂਗੇ ਕਿ ਇਹ ਮੁੱਖ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪਣੇ ਨਾਲ ਉਸ ਸਮੇਂ ਮੌਜੂਦ ਰੱਖਣੀਆਂ ਨੇ ਜਦੋਂ ਤੁਸੀਂ ਕੈਨੇਡਾ ਤੋਂ ਭਾਰਤ ਦੇ ਵਾਸਤੇ ਟਰੈਵਲ ਕਰਨਾ ਹੈ, ਤਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ। ਇਸ ਦੇ ਨਾਲ ਹੀ ਇਹ ਸੀ ਅਹਿਮ ਜਾਣਕਾਰੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।